ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਬਚਨ ਰਾਗ ਸੂਹੀ ਵਿੱਚ ਸਰਵਣ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਪੰਜਵਾ। ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ। ਰਾਗ ਸੂਹੀ ਹੈ ਔਰ ਪੰਜਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਅੰਮ੍ਰਿਤ ਬਚਨ ਹੈ। ਜਿਨ ਮੋਹੇ ਬ੍ਰਹਮੰਡ ਖੰਡ। ਹੇ ਵਾਹਿਗੁਰੂ ਜੀ, ਇਹ ਮਾਇਆ ਇਹੋ ਜੀ ਆਂਢੀ ਪ੍ਰਬਲ ਮਾਇਆ ਹੈ। ਇਹਨੇ ਸਾਰੇ ਬ੍ਰਹਮੰਡਾਂ ਤੇ ਖੰਡਾਂ ਨੂੰ ਮੋਹ ਲਿਆ ਹੋਇਆ। ਸਾਰੇ ਜੀਵ ਜੰਤੂ ਇਹਦੀ ਪ੍ਰਬਲ ਛਲਣ ਦੀ ਪ੍ਰਕਿਰਿਆ ਨਾਲ ਮੋਹੇ ਹੋਏ ਨੇ। ਇਹ ਮੋਹਣੀ ਹੈ। ਇਹਨੇ ਸਾਰਿਆਂ ਨੂੰ ਮੋਹਿਆ ਹੋਇਆ, ਸਾਰੇ ਬ੍ਰਹਮੰਡਾਂ ਨੂੰ ਖੰਡਾਂ ਨੂੰ ਮੋਹਿਆ ਹੋਇਆ। ਹੇ ਵਾਹਿਗੁਰੂ, ਮੈਂ ਵੀ ਆਪਣੇ ਆਪ ਨੂੰ ਇਸੇ ਵਿੱਚ ਪਾਈ ਬੈਠਾ। ਮੈਂ ਵੀ ਇਸੇ ਦੇ ਉਲਝੇਵੇਂ ਵਿੱਚ ਉਲਝਿਆ ਹੋਇਆ। ਐਸਾ ਨਹੀਂ ਕਿ ਮੈਂ ਦੁਨੀਆ ਨੂੰ ਕਹਿ ਰਿਹਾ ਮਾਇਆ ਦੇ ਮੋਹੇ ਹੋਏ ਜੀਵ ਨੇ। ਵਾਹਿਗੁਰੂ, ਮੇਰੀ ਖੁਦ ਵੀ ਇਹੀ ਦਸ਼ਾ ਹੈ। ਮੈਂ ਆਪ ਵੀ ਇਹਦੇ ਵਿੱਚ। ਅਸੀਂ ਹਮੇਸ਼ਾ ਕਦੇ ਵੀ ਕਿਸੇ ਦਾ ਔਗਣ ਵੇਖਦੇ ਹਾਂ, ਫਲਾਣਾ ਜੀਵ ਏਦਾਂ ਕਰਦਾ, ਅਮਕੇ ਲੋਕ ਏਦਾਂ ਕਰਦੇ ਜੀ, ਦੁਨੀਆ ਏਦਾਂ ਕਰਦੀ। ਪਰ ਕਰ ਅਸੀਂ ਵੀ ਖੁਦ ਉਹੀ ਰਹੇ ਹੁੰਨੇ ਆ। ਪਰ ਅਸੀਂ ਆਪਣੇ ਆਪ ਤੋਂ ਉਹਨੂੰ ਨਰਾਲਾ ਕਰ ਲੈਨੇ ਵੀ ਦੁਨੀਆ ਕਰਦੀ, ਅਸੀਂ ਨਹੀਂ ਕਰਦੇ। 1 ਮਿੰਟ ਪਹਿਲਾਂ ਕਹਿ ਕੇ ਹਟਿਆ ਹੁੰਦਾ ਵੀ ਭਾਈ ਝੂਠ ਨਹੀਂ ਬੋਲਣਾ ਚਾਹੀਦਾ, 1 ਮਿੰਟ ਬਾਅਦ ਉਹੀ ਬੰਦਾ ਆਪ ਝੂਠ ਬੋਲਦਾ ਹੈ। ਜਿਹੜਾ ਦੁਨੀਆ ਨੂੰ ਕਹਿ ਰਿਹਾ ਹੁੰਦਾ ਵੀ ਇਹ ਦੁਨੀਆ ਬੜੀ ਝੂਠੀ ਹੈ ਜੀ, ਇਹ ਲੋਕ ਬੜੇ ਝੂਠ ਬੋਲਦੇ ਆ, 2-4 ਮਿੰਟ ਬਾਅਦ ਆਪ ਵੀ ਉਹੀ ਕੰਮ ਕਰ ਰਿਹਾ। ਪਰ ਗੁਰੂ ਪਾਤਸ਼ਾਹ ਜਦੋਂ ਸੰਸਾਰ ਨੂੰ ਕਹਿ ਰਹੇ ਨੇ ਕਿ ਸਾਰੀ ਮਾਇਆ ਦੇ ਪ੍ਰਬਲ ਮੋਹ ਵਿੱਚ ਜੀਵ ਮੋਹੇ ਹੋਏ ਨੇ, ਤਾਂ ਮਹਾਰਾਜ ਜੀ ਕਹਿੰਦੇ ਹੈ ਮਨੁੱਖ, ਤੂੰ ਆਪਣੇ ਆਪ ਨੂੰ ਵੀ ਜਾਣ ਵੀ ਤੂੰ ਵੀ ਇਹਦੇ ਵਿੱਚ ਮੋਹਿਤ ਹੋ ਰਿਹਾ, ਤੂੰ ਵੀ ਇਹਦੇ ਵਿੱਚ ਹੀ ਆਪਣੇ ਆਪ ਨੂੰ ਪਾਈ ਬੈਠਾ। ਹਾਂਜੀ। ਰਾਖ ਲਿਹੋ ਇਹੋ ਬਿਖਾਈ ਜਿਉ ਦੇਹੋ ਆਪਣਾ ਨਾਉ। ਰਾਖ ਲਿਹੋ ਇਹੋ ਬਿਖਾਈ ਜਿਉ। ਮਹਾਰਾਜ ਫਿਰ ਕਹਿੰਦੇ ਬੇਨਤੀ ਕਰੋ, ਜਦੋਂ ਇਹ ਜਾਣੋ ਕਿ ਅਸੀਂ ਮਾਇਆ ਵਿੱਚ ਮੋਹੇ ਹੋਏ ਹਾਂ ਤੇ ਫਿਰ ਇਹ ਬੇਨਤੀ ਕਰੋ, ਮਹਾਰਾਜ ਮੈਂ ਵਿਸ਼ਈ ਜੀਵ ਨੂੰ ਕਿਰਪਾ ਕਰਕੇ ਰੱਖ ਲਓ। ਰਾਖੋ ਰਾਖੋ ਕਿਰਪਾ ਧਾਰ, ਰਾਖੋ ਰਾਖੋ ਕਿਰਪਾ ਧਾਰ। 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 ਮਹਾਰਾਜ ਕਿਰਪਾ ਕਰਕੇ ਸਾਨੂੰ ਵਿਸ਼ਈ ਜੀਵਾਂ ਨੂੰ ਰੱਖ ਲਓ। ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ। ਅਜੂ ਬਿਕਾਰ ਨ ਛਾਡਈ ਪਾਪੀ ਮਨ ਮੰਦਾ। ਕਿਉ ਛੂਟੋ ਕੈਸੇ ਤਰੋ ਭਵ ਜਲ ਨਿਦ ਭਾਰੀ। ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ। ਬਿਖੈ ਬਿਖੈ ਕੀ ਬਾਸ਼ਨਾ ਤਜੀ ਨਹਿ ਜਾਈ। ਮਹਾਰਾਜ ਵਿਸ਼ਈ ਹਾਂ ਅਸੀਂ, ਨਹੀਂ ਛੱਡੇ ਜਾਂਦੇ ਸਾਡੇ ਕੋਲ ਇਹ ਵਿਸ਼ੇ। ਕਿਰਪਾ ਕਰੋ ਅਨਕ ਜਤਨ ਕਰ ਰਾਖੀਐ ਫਿਰ ਲਪਟਾਈ। ਬੜੇ ਯਤਨ ਕਰੀਦੇ ਹਨ ਇਹਨਾਂ ਵਿਸ਼ਿਆਂ ਨੂੰ ਛੱਡ ਦਈਏ
ਪਰ ਮਹਾਰਾਜ ਮੁੜ ਮੁੜ ਕੇ ਫੇਰ ਇਹਨਾਂ 'ਚ ਲਿਪਾਏ ਮਾਨ ਹੁੰਦੇ ਹਾਂ। ਸਾਡਾ ਜ਼ੋਰ ਨਹੀਂ ਹੈ। ਹੇ ਸੁਆਮੀ ਜੀ ਕਿਰਪਾ ਕਰਕੇ ਰੱਖ ਲੋ, ਰਾਖ ਲਿਓ ਇਹ ਬਿਖਈ ਜਿਓ। ਕਿਵੇਂ ਰੱਖੋ? ਦੇਹੋ ਆਪਣਾ ਨਾਓ। ਮਹਾਰਾਜ ਸਾਨੂੰ ਆਪਣਾ ਨਾਮ ਦੇ ਕੇ ਰੱਖ ਲਓ, ਆਪਣੇ ਨਾਮ ਦੀ ਦਾਤ ਦੇ ਕੇ ਰੱਖ ਲਓ। ਰੱਖ ਲਓ ਮਹਾਰਾਜ ਆਪਣੀ ਸ਼ਰਨ ਵਿੱਚ। ਰਹਾਉ ਜਾਤੇ ਨਾਹੀ ਕੋ ਸੁਖੀ ਤਾਕੈ ਪਾਸ਼ੈ ਜਾਉ। ਇਹ ਮਾਇਆ ਤੋਂ ਕੋਈ ਵੀ ਸੁਖੀ ਨਹੀਂ ਹੈ। ਇਸ ਮਾਇਆ ਤੋਂ ਕੋਈ ਵੀ ਸੁਖੀ ਨਹੀਂ। ਮੈਂ ਜਾਣਦਾ ਹਾਂ ਕਿ ਇਸ ਮਾਇਆ ਕਰਕੇ ਕੋਈ ਸੁਖੀ ਨਹੀਂ ਹੈ। ਜਿਸ ਕੋਲ ਬਹੁਤ ਹੈ ਉਹ ਵੀ ਸੁਖੀ ਨਹੀਂ, ਜਿਸ ਕੋਲ ਨਹੀਂ ਉਹ ਵੀ ਦੁਖੀ ਹੈ। ਇਹ ਕੋਵੀ ਨੇ ਜਿਹੜੇ ਸ਼ਾਹੀ ਮਹੱਲਾਂ 'ਚ ਪਏ ਤੜਫਦੇ ਨੇ, ਇਹ ਕੋਵੀ ਨੇ ਜਿਹੜੇ ਸੜਕ ਤੇ ਪਏ ਵੀ ਸੁੱਖ ਲੈ ਰਹੇ ਨੇ। ਇਹਦੇ ਤੋਂ ਕੋਈ ਸੁਖੀ ਨਹੀਂ ਹੈ। ਮਹਾਰਾਜ ਜਿਸ ਮਾਇਆ ਤੋਂ ਕੋਈ ਸੁਖੀ ਨਹੀਂ, ਮੈਂ ਇਹ ਜਾਣਦਾ ਹਾਂ। ਆਪ ਵੀ ਉਸੇ ਪਾਸੇ ਭੱਜ ਭੱਜ ਕੇ ਜਾਂਦਾ। ਤਾਂ ਕੈ ਪਾਛੈ ਜਾਓ। ਮਹਾਰਾਜ ਉਸੇ ਪਾਸੇ ਉਹਦੇ ਵੱਲ ਹੀ ਭੱਜ ਭੱਜ ਕੇ ਜਾਂਦਾ ਹਾਂ। ਛੋੜ ਜਾਹੇ ਜੋ ਸਗਲ ਕੋ ਫਿਰ ਫਿਰ ਲਪਟਾਓ। ਜੋ ਸਾਰਿਆਂ ਨੂੰ ਛੱਡ ਕੇ ਚਲੀ ਜਾਣ ਵਾਲੀ ਹੈ। ਪਤਾ ਹੈ ਵੀ ਇਹਨੇ ਛੱਡ ਕੇ ਚਲੀ ਜਾਣਾ, ਚਲੀ ਜਾਂਦੀ ਹੈ ਛੱਡ ਕੇ ਸਾਰੇ ਜੀਆਂ ਨੂੰ। ਮੈਂ ਮੁੜ ਮੁੜ ਕੇ ਫੇਰ ਉਹਦੇ ਵਿੱਚ ਹੀ ਲਪਾਏ ਮਾਨ ਹੁੰਦਾ, ਲੰਪਟ ਹੁੰਦਾ। ਇਹ ਜਾਣਦਾ ਵੀ ਹਾਂ, ਫਿਰ ਇਸੇ ਵਿੱਚ ਲਿਪਾਏ ਮਾਨ ਹੁੰਦਾ ਕਿ ਇਹਨੇ ਛੱਡ ਕੇ ਚਲਿਆ ਜਾਣਾ, ਫਿਰ ਇਹਦੇ ਵਿੱਚ ਲੰਪਟ ਹੋ ਰਿਹਾ। ਕਰਹੁ ਕਿਰਪਾ ਕਰੁਣਾ ਪਤੇ ਤੇਰੇ ਹਰ ਗੁਣ ਗਾਓ। ਇਹ ਕਰੁਣਾ ਪਤੇ ਵਾਹਿਗੁਰੂ ਜੀ ਮੇਰੇ ਤੇ ਆਪਣੀ ਕਿਰਪਾ ਕਰੋ, ਤਰਸ ਕਰੋ, ਰਹਿਮਤ ਕਰੋ। ਮੈਂ ਤੁਹਾਡੇ ਹਰੀ ਜੀ ਗੁਣ ਗਾਇਨ ਕਰਾਂ। ਕਰੋ ਕਿਰਪਾ ਕਰੁਣਾ ਪਤੇ। ਕਰੁਣਾ ਦੇ ਮਾਲਕ, ਕਰੁਣਾ ਪਤੇ, ਕਰੁਣਾ ਦਾ ਪਤੀ, ਕਰੁਣਾ ਦਾ ਮਾਲਕ। ਹੇ ਕਰੁਣਾ ਦੇ ਮਾਲਕ ਸਾਡੇ ਤੇ ਕਿਰਪਾ ਕਰੋ। ਤੇਰੇ ਹਰ ਗੁਣ ਗਾਓ। ਮਹਾਰਾਜ ਤੁਹਾਡੇ ਗੁਣ ਗਾਈਏ। ਹਰੀ ਜੀ ਤੁਹਾਡੇ ਅੰਮ੍ਰਿਤ ਗੁਣਾਂ ਨੂੰ ਗਾਇਨ ਕਰੀਏ। ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੇਰੀ ਬੇਨਤੀ ਆਪ ਦੇ ਚਰਨਾਂ 'ਚ ਸਤਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਕਿ ਮੈਂ ਸਾਧ ਸੰਗਤ ਵਿੱਚ ਸਮਾਇਆ ਰਹਾ, ਸਾਧ ਸੰਗਤ ਵਿੱਚ ਟਿਕਿਆ ਰਹਾ। ਜਿੱਥੇ ਸਾਧੂ ਜਨ ਹੋਣ ਉਹਨਾਂ ਸਾਧੂਆਂ ਦੇ ਚਰਨਾਂ 'ਚ ਮੇਰਾ ਸੀਸ ਹੋਵੇ ਔਰ ਉਹਨਾਂ ਦੇ ਚਰਨ ਮੇਰੇ ਸਿਰ ਦੇ ਉੱਤੇ ਹੋਣ ਤੇ ਮੇਰਾ ਮੂੰਡ, ਮੇਰਾ ਸਿਰ ਉਹਨਾਂ ਦੇ ਚਰਨਾਂ ਵਿੱਚ ਰੁਲਦਾ ਰਹੇ। ਸਾਧੂਆਂ ਦੇ ਚਰਨਾਂ 'ਚ ਮੈਂ ਪਹਿਲਾਂ ਜਿਵੇਂ ਬੇਨਤੀ ਕੀਤੀ, ਸਾਧੂ ਉਹ ਹੁੰਦਾ ਜੋ ਸਿੱਧ ਹੋ ਗਿਆ, ਜੋ ਪਹੁੰਚ ਗਿਆ। ਸਾਧਨਾ ਬੀਜ ਹੈ ਔਰ ਸਿੱਧ ਹੋ ਜਾਣਾ, ਸਾਧੂ ਹੋ ਜਾਣਾ ਉਹ ਫਲ ਹੈ, ਜੋ ਉਸ ਫਲ ਤੱਕ ਪਹੁੰਚ ਗਏ ਨੇ। ਮਹਾਰਾਜ ਐਸੇ ਸਾਧੂਆਂ ਦੀ ਸੰਗਤ ਵਿੱਚ ਮੈਂ ਸਮਾਇਆ ਰਹਾ। ਰਾਗ ਸੂਹੀ ਮਹਲਾ ਪੰਜਵਾ ਘਰ ਪੰਜਵਾ ਪੜਤਾਲ। ਰਾਗ ਸੂਹੀ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਪੰਜਵੇਂ ਘਰ ਸੁਰਤਾਲ ਵਿੱਚ ਗਾਇਨ ਕਰਨ ਦਾ ਹੁਕਮ ਕਰਦੇ। ਪੜਤਾਲ ਹੈ, ਪੜਤਾਲ ਜਿਹਦੇ ਵਿੱਚ ਪੰਕਤੀ ਪੰਕਤੀ ਬਾਅਦ ਤਾਲ ਬਦਲਦਾ ਹੈ। ਪੜਤਾਲ ਗਾਇਨ ਕਰਨ ਵਾਲੇ ਅੱਜ ਦੇ ਇਸ ਵਰਤਮਾਨ ਦੇ ਸਮੇਂ ਵਿੱਚ ਬਹੁਤ ਘੱਟ ਗਿਣਤੀ ਦੇ ਰਾਗੀ ਸਿੰਘ ਹਨ, ਜਿਨ੍ਹਾਂ ਦੀ ਬਹੁਤ ਜ਼ਿਆਦਾ ਵੱਡੀ ਭਾਰੀ ਮਿਹਨਤ ਹੁੰਦੀ, ਅਭਿਆਸ ਹੁੰਦਾ ਹੈ। ਉਹ ਇਹ ਪੜਤਾਲ ਦਾ ਗਾਇਨ ਕਰਦੇ ਹੈ ਔਰ ਪੜਤਾਲਾਂ ਗੁਰੂ ਘਰ ਦੇ ਵਿੱਚ ਗਾਇਨ ਕਰਨ ਦਾ ਰਿਵਾਜ, ਪਰੰਪਰਾ ਗੁਰੂ ਘਰ ਤੋਂ, ਗੁਰੂ ਕਾਲ ਤੋਂ ਚੱਲਦੀ ਹੈ। ਪਰ ਅੱਜ ਕੱਲ ਦੇ ਵਰਤਮਾਨ ਦੇ ਸਮੇਂ ਵਿੱਚ ਬਹੁਤ ਕਦੇ ਕਦੇ ਕਿਤੇ
ਕਿਸੇ ਕਿਸੇ ਰਾਗੀ ਸਿੰਘ ਦੀ ਰਸਨਾ ਤੋਂ ਗੁਰੂ ਘਰਾਂ ਵਿੱਚ, ਗੁਰੂ ਦਰਬਾਰਾਂ ਵਿੱਚ ਪੜਤਾਲ ਸੁਣਨ ਨੂੰ ਪ੍ਰਾਪਤ ਹੁੰਦੀ ਹੈ। ਪੜਤਾਲ ਜੈਸੇ ਕੋਈ ਸ਼ਬਦ ਗਾਇਨ ਹੁੰਦਾ ਹੈ ਕਿ 3 ਤਾਲ ਦੇ ਵਿੱਚ ਗਾਇਨ ਹੋ ਰਿਹਾ ਹੈ ਤਾਂ ਉਹ ਸਾਰਾ ਸ਼ਬਦ 3 ਤਾਲ ਵਿੱਚ ਹੀ ਗਾਇਨ ਹੁੰਦਾ। ਕਹਿਰਵੇ ਵਿੱਚ ਗਾਇਨ ਹੋ ਰਿਹਾ ਤਾਂ ਉਹ ਕਹਿਰਵੇ ਵਿੱਚ, ਜੇ ਦਾਦਰੇ ਵਿੱਚ, ਇਹ ਤਬਲੇ ਦੇ ਤਾਲ ਹਨ, ਜੇ ਦਾਦਰੇ ਵਿੱਚ ਗਾਇਨ ਹੋ ਰਿਹਾ ਤਾਂ ਉਹ ਕੱਲਾ ਦਾਦਰੇ ਵਿੱਚ ਹੀ ਚੱਲਦਾ। ਰੂਪਕ ਵਿੱਚ ਗਾਇਨ ਹੋ ਰਿਹਾ ਤਾਂ ਰੂਪਕ, ਦੀਪਚੰਦੀ ਵਿੱਚ ਗਾਇਨ ਹੋ ਰਿਹਾ ਤਾਂ ਦੀਪਚੰਦੀ ਵਿੱਚ, ਛੋਟੀ 3 ਤਾਲ ਦੇ ਵਿੱਚ ਤਾਂ ਉਹਦੇ ਵਿੱਚ। ਪਰ ਇੱਥੇ ਪੜਤਾਲ ਪੰਕਤੀ ਪੰਕਤੀ ਬਾਅਦ ਤਾਲ ਬਦਲਦਾ ਹੈ। ਜੇ ਮੰਨ ਲਓ ਸ਼ੁਰੂਆਤ 3 ਤਾਲ ਵਿੱਚ ਹੋ ਰਹੀ ਹੈ, ਇੱਕ ਪੰਕਤੀ 3 ਤਾਲ ਵਿੱਚ, ਅਗਲੀ ਪੰਕਤੀ ਨਾਲ ਹੀ ਦੂਸਰਾ ਤਾਲ ਤਬਦੀਲ ਹੋ ਜਾਣਾ। ਉਹ ਤਾਲ ਜਦੋਂ ਤਬਦੀਲ ਹੁੰਦਾ ਹੈ, ਇਹਨੇ ਉਹ ਬੜੀ ਔਖੀ ਪ੍ਰਕਿਰਿਆ ਰਾਗੀ ਸਿੰਘ ਦੱਸਦੇ, ਮੈਨੂੰ ਇੰਨਾ ਬੋਧ ਨਹੀਂ, ਪਰ ਕੀਰਤਨੀਏ ਸਿੰਘਾਂ ਪਾਸੋਂ ਸੁਣੀਦਾ ਹੈ ਕਿ ਪੰਕਤੀ ਦੇ ਨਾਲ ਜਦੋਂ ਤਾਲ ਤਬਦੀਲ ਹੁੰਦਾ ਹੈ, ਨਾਲੋਂ ਨਾਲ ਸੁਰਾਂ ਚੇਂਜ ਹੁੰਦੀਆਂ, ਕਿਉਂਕਿ ਮਾਤਰਾਵਾਂ ਹੁੰਦੀਆਂ ਨੇ ਤਾਲ ਦੀਆਂ। ਇੱਕਦਮ ਜਿਵੇਂ ਮੰਨ ਲਓ 16 ਮਾਤਰਾਵਾਂ ਨੇ 3 ਤਾਲ ਦੀਆਂ, ਇੱਕਦਮ ਉਹ ਮਾਤਰਾਵਾਂ ਨੂੰ ਘਟਾ ਕੇ ਫਿਰ ਬੜੀ ਮਿਹਨਤ ਨਾਲ, ਅਭਿਆਸ ਨਾਲ ਦੂਸਰੀ ਪੰਕਤੀ ਦਾ ਗਾਇਨ ਹੋਣਾ। ਉੱਥੇ ਮਾਤਰਾਵਾਂ ਚੇਂਜ ਹੋ ਜਾਣੀਆਂ ਨੇ, ਨਾਲੋਂ ਨਾਲ ਸੁਰਾਂ ਚੇਂਜ ਹੋ ਜਾਣੀਆਂ ਨੇ, ਉਹਨੂੰ ਪੜਤਾਲ ਕਹਿੰਦੇ ਹਨ। ਹਾਂਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ ਓੰਕਾਰ, ਜੋ ਸਾਰਿਆਂ ਵਿੱਚ ਵਿਆਪਕ, ਸਰਬ ਦਾ ਪ੍ਰਕਾਸ਼ਕ ਹੈ, ਔਰ ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਦੀ ਪ੍ਰਾਪਤੀ ਹੁੰਦੀ ਹੈ। ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨਾ। ਪ੍ਰੀਤਾਂ ਵਿੱਚੋਂ ਸਭ ਤੋਂ ਵੱਡੀ ਪ੍ਰੀਤ, ਗੁਰਿਆ ਦਾ ਮਤਲਬ ਹੁੰਦਾ ਵੱਡੀ ਪ੍ਰੀਤ। ਪ੍ਰੀਤ ਵਿੱਚੋਂ ਸਭ ਤੋਂ ਵੱਡੀ ਪ੍ਰੀਤ ਉਸ ਮੋਹਨ ਅਕਾਲ ਪੁਰਖ ਪਰਮੇਸ਼ਰ ਦੀ ਲਾਲਨਾ, ਪਿਆਰੇ ਰੱਬ ਦੀ ਪ੍ਰੀਤ ਹੈ। ਉਹਦੀ ਪ੍ਰੀਤ ਦੁਨੀਆਂ ਦੀਆਂ ਸਾਰੀਆਂ ਪ੍ਰੀਤਾਂ ਚੋਂ ਉਹ ਵੱਡੀ ਪ੍ਰੀਤ ਹੈ। ਜਪ ਮਨ ਗੋਬਿੰਦ ਏਕ, ਅਵਰ ਨਹੀਂ ਕੋ ਲੇਖੈ। ਏ ਮੇਰਿਆ ਮਨਾ, ਗੋਬਿੰਦ ਨੂੰ ਜਪ, ਇੱਕ ਵਾਹਿਗੁਰੂ ਨੂੰ ਜਪ, ਉਹਦੇ ਜਪੇ ਬਿਨਾ ਹੋਰ ਕੁਝ ਵੀ ਲੇਖੇ 'ਚ ਨਹੀਂ ਪੈਣਾ, ਹੋਰ ਕੋਈ ਕਰਮ ਲੇਖੇ 'ਚ ਨਹੀਂ ਪੈਣਾ। ਸੰਤ ਲਾਗ ਮਨ ਹੈ ਛਾੜ, ਦੁਬਿਧਾ ਕੀ ਕੁਰੀਆ। ਸੰਤ ਜਨਾਂ ਦੇ ਚਰਨੀ ਲੱਗ, ਔਰ ਆਪਣੇ ਮਨ ਦੇ ਵਿੱਚੋਂ ਦੁਬਦਾ ਦੀ ਜਿਹੜੀ ਪੱਗ ਡੰਡੀ ਤੂੰ ਗ੍ਰਹਿਣ ਕੀਤੀ ਹੋਈ ਹੈ, ਝੂਠੀ ਦੁਬਦਾ ਜੋ ਆਪਣੇ ਹਿਰਦੇ ਵਿੱਚ ਪਾਲੀ ਬੈਠਾ, ਹੇ ਮੇਰਿਆ ਮਨਾ, ਇਸ ਦੁਬਦਾ ਨੂੰ ਛੱਡ ਦੇ। ਰਹਾਉ ਨਿਰਗੁਣ ਹਰੀਆ, ਸਰਗੁਣ ਧਰੀਆ। ਉਸ ਨਿਰਗੁਣ ਵਾਹਿਗੁਰੂ ਪਰਮੇਸ਼ਰ ਨੇ ਆ ਸਰਗੁਣ ਸਰੀਰ ਸੰਸਾਰ ਜਿਹੜਾ ਇਹ ਵਿਰਾਟ ਰੂਪ ਸੰਸਾਰ ਦਾ ਸਰਗੁਣ ਰੂਪ, ਇਹ ਪ੍ਰਮਾਤਮਾ ਦਾ ਸਰਗੁਣ ਰੂਪ ਹੈ। ਨਿਰਗੁਣ ਨੇ ਹੀ ਇਹ ਸਰਗੁਣ ਰੂਪ ਧਾਰਨ ਕੀਤਾ ਹੈ। ਅਨਕ ਕੋਠਰੀਆਂ ਭਿੰਨ 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 ਕਰੀਆ। ਇਹ ਜਿਹੜੀਆਂ ਅਨੇਕ ਕੋਠਰੀਆਂ ਸਰੀਰਾਂ ਦੀਆਂ ਬਣਾਈਆਂ ਨੇ, ਇਹ ਵਾਹਿਗੁਰੂ ਨੇ ਸਾਰਿਆਂ ਦੀਆਂ ਵੱਖੋ ਵੱਖਰੀਆਂ ਭਿੰਨ ਭਿੰਨ ਕਰਕੇ ਬਣਾਈਆਂ ਨੇ। ਇੱਕ ਦਾ ਰੰਗ ਦੂਜੇ ਨਾਲ ਨਹੀਂ ਮਿਲਦਾ, ਇੱਕ ਦੀਆਂ ਅੱਖਾਂ ਦੂਜੇ ਨਾਲ ਨਹੀਂ ਮਿਲਦੀਆਂ, ਇੱਕ ਦੀ ਨਾਸਕਾ ਦੂਜੇ ਨਾਲ ਨਹੀਂ ਮਿਲਦੀ, ਇੱਕ ਦੇ ਹੱਥ ਪੈਰ ਸਰੀਰ ਦੀ ਕੱਦ ਕਾਠੀ ਵਰਗ ਇੱਕ ਦਾ ਦੂਜੇ ਨਾਲ ਨਹੀਂ ਮਿਲਦਾ। ਵੇਖੋ ਮੇਰੇ ਵਾਹਿਗੁਰੂ ਦੀ ਕੁਦਰਤ, ਉਸਨੇ ਜਿੰਨੀਆਂ ਵੀ ਇਹ ਕੋਠਰੀਆਂ ਬਣਾਈਆਂ ਹੋਈਆਂ ਨੇ, ਸਭ ਭਿੰਨ ਭਿੰਨ ਕਰਕੇ ਬਣਾਈਆਂ ਹੋਈਆਂ, ਵੱਖੋ ਵੱਖਰੀਆਂ ਬਣਾਈਆਂ। ਭਾਵੇਂ ਅੱਖਾਂ ਸਾਰਿਆਂ ਨੂੰ 2-2 ਲਾਈਆਂ ਹਨ, ਹੱਥ ਪੈਰ ਸਭ ਦੇ 2-2 ਹਨ, ਪਰ ਸ਼ਕਲਾਂ ਸੂਰਤਾਂ ਸਰੀਰਾਂ ਦੀਆਂ ਬਣਤਰਾਂ ਉਹ ਤਾਂ ਸਭ ਦੀਆਂ ਵੱਖੋ ਵੱਖਰੀਆਂ ਹਨ। ਐਸੀ ਭਿੰਨਤਾ ਪਰਮੇਸ਼ਰ ਨੇ ਪਾਈ ਹੋਈ ਹੈ। ਵਿੱਚ ਮਨ ਕੋਟਵਰੀਆਂ। ਔਰ ਇਸ ਸਰੀਰ ਰੂਪੀ ਕੋਠੜੀ ਵਿੱਚ ਮਨ ਕੋਤਵਾਲ ਹੈ। ਮਨ ਕੋਟਵਰੀਆ ਦਾ ਮਤਲਬ ਹੁੰਦਾ ਮਨ ਕੋਤਵਾਲ ਹੈ, ਜਿਹੜਾ ਇਹ ਸਰੀਰ ਨੂੰ ਇੰਦਰੀਆਂ ਨੂੰ ਪ੍ਰੇਰਿਤ ਕਰਦਾ ਕਹਿੰਦਾ ਹੈ। ਨਿਜ ਮੰਦਰ ਪਿਰਿਆ। ਕਹਿੰਦੇ ਇਹ ਆਪਣੇ ਪਿਰ ਮਾਲਕ ਪਰਮੇਸ਼ਰ ਦਾ ਨਿਜ ਮੰਦਰ ਹੈ। ਇਸ ਸਰੀਰ ਦੇ ਵਿੱਚ ਉਹ ਪਿਰ ਵਾਹਿਗੁਰੂ ਪਰਮੇਸ਼ਰ ਵੀ ਵਸਦਾ ਹੈ। ਇਹ ਪ੍ਰਮਾਤਮਾ ਦਾ ਮੰਦਰ ਹੈ। ਹਾਂਜੀ। ਤਾਹਾ ਆਨੰਦ ਕਰੀਆ। ਉੱਥੇ ਵਾਹਿਗੁਰੂ ਜੀ ਆਨੰਦ ਹੀ ਆਨੰਦ ਕਰਦੇ ਹਨ, ਉੱਥੇ ਸਦਾ ਹੀ ਆਨੰਦ ਵਿੱਚ ਹਨ। ਨਹਿ ਮਰੀਆ ਨਹਿ ਜਰੀਆ। ਉਹ ਨਾ ਮਰਦਾ ਹੈ, ਨਾ ਇਹ ਸਰੀਰ ਮਰਦਾ ਵੀ ਹੈ, ਸੜਦਾ ਵੀ ਹੈ, ਪਰ ਜਿਹੜਾ ਇਹਦੇ ਵਿੱਚ ਰਹਿੰਦਾ ਉਹ ਨਾ ਮਰਦਾ ਹੈ,
ਉਹ ਨਾ ਹੀ ਸੜਦਾ ਹੈ। ਕੀਰਤਨ ਜੁਰੀਆ ਬਹੁ ਵਿਦ ਫਿਰਿਆ। ਕਹਿੰਦੇ ਜੀਵ ਆਪਣੇ ਕੀਤੇ ਕਰਮਾਂ ਕਰਕੇ ਇਸ ਕੀਤੇ ਹੋਏ ਸੰਸਾਰ, ਕੀਰਤਨ ਦਾ ਮਤਲਬ ਆ ਜਿਹੜਾ ਕੀਤਾ ਹੋਇਆ ਸੰਸਾਰ, ਇਹਦੇ ਨਾਲ ਜੁੜਿਆ ਹੋਇਆ ਤੇ ਇਹਦੇ ਨਾਲ ਜੁੜਨ ਕਰਕੇ ਬਹੁ ਪ੍ਰਕਾਰ ਨਾਲ ਜੂਨੀਆਂ 'ਚ ਫਿਰਦਾ ਹੈ। ਪਰ ਕੋ ਹਿਰਿਆ। ਪਰਾਈਆਂ ਵਸਤੂਆਂ ਤੱਕਦਾ ਹੈ, ਪਰਾਈਆਂ ਵਸਤੂਆਂ ਨੂੰ ਵੇਖ ਕੇ ਆਪਣੀ ਇੱਛਾ, ਮਨ ਦੀ ਮਲਨ ਇੱਛਾ ਨੂੰ ਪ੍ਰਗਟ ਕਰਦਾ ਹੈ। ਵੇਖਣਾ ਘਿਰਿਆ। ਵਿਸ਼ਿਆਂ ਵਿਕਾਰਾਂ ਦੇ ਵਿੱਚ ਜੀਵ ਘਿਰਿਆ ਹੋਇਆ ਹੈ। ਅਬ ਸਾਧੂ ਸੰਗ ਪਰਿਆ। ਕਹਿੰਦੇ ਹੁਣ ਮੈਂ ਸਾਧੂਆਂ ਦੀ ਸੰਗਤ ਵਿੱਚ ਆ ਕੇ ਪੈ ਗਿਆ, ਉਹਨਾਂ ਦੀ ਸ਼ਰਨ ਵਿੱਚ ਆ ਕੇ ਪੈ ਗਿਆ। ਹਰ ਦੁਆਰ ਖਰੀਆ। ਔਰ ਹਰੀ ਦੇ ਦਰਵਾਜ਼ੇ ਤੇ ਆਣ ਕੇ ਖਲੋ ਗਿਆ ਹਾਂ। ਦਰਸ਼ਨ ਕਰਿਆ। ਔਰ ਆਪਣੇ ਮਾਲਕ ਦੇ ਦਰਸ਼ਨ ਕਰ ਰਿਹਾ ਹਾਂ। ਨਾਨਕ ਗੁਰ ਮਿਰਿਆ। ਕਹਿੰਦੇ ਨਾਨਕ ਜੀ, ਗੁਰੂ ਅਰਜਨ ਸਾਹਿਬ ਕਹਿੰਦੇ ਮੈਨੂੰ ਹੁਣ ਮੇਰਾ ਗੁਰੂ ਮਿਰਿਆ ਮਿਲ ਗਿਆ ਹੈ। ਬਾਹੁਰ ਨਾ ਫਿਰਿਆ। ਗੁਰੂ ਮਿਲਣ ਦਾ ਫਲ ਕੀ ਹੋਇਆ? ਗੁਰੂ ਨੂੰ ਮਿਲ ਕੇ ਹੁਣ ਬਾਹੁਰ ਨਾ ਫਿਰਿਆ, ਹੁਣ ਮੈਨੂੰ ਬਹੁਤ ਪ੍ਰਕਾਰ ਦੀਆਂ ਜੂਨੀਆਂ 'ਚ ਨਹੀਂ ਫਿਰਨਾ ਪਵੇਗਾ। ਗੁਰੂ ਨੂੰ ਮਿਲ ਕੇ ਮੇਰੀਆਂ ਜੂਨੀਆਂ ਕੱਟੀਆਂ ਗਈਆਂ ਹਨ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਏ ਪਾਉਣ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਹੋਈਆਂ ਭੁੱਲਾਂ ਚੁੱਕਾਂ ਦੀ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਮੱਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਜਿਵੇਂ ਪਿੱਛੇ ਪਾਠ ਬੋਧ ਸਮਾਗਮ ਹੋਏ ਨੇ, ਮਹਾਰਾਜ ਜੀ ਦੇ ਪਾਵਨ ਇਤਿਹਾਸਕ ਸਥਾਨਾਂ ਦੇ ਦਰਸ਼ਨ ਦਿਦਾਰੇ, ਨਗਰ ਕੀਰਤਨ, ਉਹਦੇ ਵਿੱਚ ਆਪ ਜੀ ਨੇ ਹਾਜ਼ਰੀਆਂ ਭਰੀਆਂ ਹਨ। ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਕੁਝ ਸਮਾਗਮ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ ਰੱਖੇ ਗਏ ਹਨ। 10 ਤਰੀਕ ਨੂੰ ਸਵੇਰੇ 8 ਵਜੇ ਤੋਂ ਦੁਪਹਿਰੇ 1 ਵਜੇ ਤੱਕ ਇੱਕ ਖੂਨਦਾਨ ਕੈਂਪ ਲੱਗ ਰਿਹਾ ਹੈ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਹੈ। ਖੂਨਦਾਨ ਮਹਾਦਾਨ ਹੈ, ਕਿਸੇ ਦੇ ਪ੍ਰਾਣਾਂ ਦਾ ਦਾਨ ਹੈ। ਜਿਨ੍ਹਾਂ ਦੇ ਸਰੀਰ ਤੰਦਰੁਸਤ ਹਨ, ਜੋ ਇਹ ਸੇਵਾ ਕਰ ਸਕਦੇ ਹਨ, PGI ਚੰਡੀਗੜ੍ਹ ਤੋਂ, ਰਜਿੰਦਰਾ ਹਸਪਤਾਲ ਤੋਂ ਟੀਮਾਂ ਆਉਣੀਆਂ ਹਨ। ਜਿਹੜੇ ਖੂਨਦਾਨ ਦੀ ਸੇਵਾ ਨਿਭਾ ਸਕਦੇ ਨੇ, ਕਰ ਸਕਦੇ ਹਨ, ਉਹ ਖੂਨਦਾਨ ਕਰਨ ਔਰ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਜੀ ਦਇਆ ਪ੍ਰਵਾਨ ਹੈ, ਇਹ ਜੀਵਾਂ ਤੇ ਦਇਆ ਦੀ ਬਿਰਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੀ ਦਇਆ ਪ੍ਰਵਾਨ ਦਾ ਹੁਕਮ ਕੀਤਾ ਹੈ। ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ। 10 ਮਾਰਚ ਨੂੰ ਸਵੇਰੇ 8 ਵਜੇ ਤੋਂ ਦੁਪਹਿਰੇ 1 ਵਜੇ ਤੱਕ ਇਹ ਕੈਂਪ ਲੱਗਣਾ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।